ਖਵਾਤੀਨ ਹਜ਼ਰਾਤ, ਅੱਜ ਇਹ ਜਿਹੜੀ ਮੇਰੀ 17ਵੀਂ ਕਿਸ਼ਤ ਹੈ, ਜਿਹੜੀ ਆਟੋਬਾਇਓਗ੍ਰਾਫੀ ਦੀ, ਜਿਹੜੀ ਕਿ ਮੈਂ ਰਿਕਾਰਡ ਕਰ ਰਿਹਾ। ਮੈਂ ਕਰਾਚੀ ਪਹੁੰਚ ਗਿਆ ਔਰ ਅਲੀਮੀਆ ਬॉयਜ਼ ਸਕੂਲ ਦੇ ਵਿੱਚ ਮੈਂ ਦਾਖਲ ਹੋ ਗਿਆ। ਔਰ ਉੱਥੇ ਜ਼ਾਹਿਰ ਮੈਂ ਪੜ੍ਹਾਈ ਸ਼ੁਰੂ ਕਰਤੀ। ਇਰਦ ਗਿਰਦ ਜਿਹੜਾ ਮੇਰੇ ਮਾਹੌਲ ਸੀ, ਉਹ ਤੁਹਾਨੂੰ ਦੱਸਿਆ ਸੀ, ਉਰਦੂ ਸਪੀਕਿੰਗ ਲੋਕ ਜ਼ਿਆਦਾ ਸਨ। ਹੁਣ ਅੱਜ ਮੈਂ ਪਹਿਲੋਂ ਤੋਂ ਹੀ ਕੰਪੈਰੀਜ਼ਨ ਕਰਾਂਗਾ ਕਿ ਵਕਤ ਕਿੱਡੀ ਤੇਜ਼ੀ ਨਾਲ ਬਦਲਦਾ, ਔਰ ਜਿਹੜੇ ਹਾਲਾਤ ਦੇ ਵਿੱਚ ਬੰਦਾ ਰਹਿੰਦਾ ਹੈ, ਉਹਨਾਂ ਹਾਲਾਤ ਦੇ ਬਾਰੇ ਹੀ ਉਹਦਾ ਇਲਮ ਹੁੰਦਾ ਹੈ। ਲੇਕਿਨ ਮੈਂ ਇਹ ਅਰਜ਼ ਕਰਾਂਗਾ ਤੁਹਾਨੂੰ ਕਿ ਇਹੋ ਜਿਹੀ ਜਿਹੜੀ ਰਿਵਿਊ ਹੁੰਦਾ ਨਾ, ਕਿ ਤੁਸੀਂ ਇਹ ਰਿਕਾਰਡ ਕਰਦੇ ਹੋ, ਤਾਰੀਖ ਦਾ ਹਿੱਸਾ ਬਣਾਉਂਦੇ ਹੋ, ਔਰ ਉਹਨਾਂ ਨੂੰ ਤੁਸੀਂ ਸ਼ੇਅਰ ਕਰਦੇ ਹੋ ਆਪਣੇ ਬੱਚਿਆਂ ਦੇ ਨਾਲ, ਤੇ ਉਹਨਾਂ ਨੂੰ ਅੰਦਾਜ਼ਾ ਹੁੰਦਾ ਹੈ ਕਿ ਯਾਰ ਅੱਜ ਸਾਡੇ ਟੇਬਲ ਤੇ ਅਗਰ ਕੋਈ ਖਾਣਾ ਪਿਆ ਹੈ, ਤੇ ਉਹ ਇਹ ਖਾਣਾ ਪਹੁੰਚਦਿਆਂ ਮਿਸਾਲ ਦੇ ਤੌਰ ਤੇ ਅਗਰ ਰੋਟੀ ਪਈ ਹੈ, ਤੇ ਕਿੱਥੋਂ ਇਹ ਰੋਟੀ ਟੁਰੀ, ਕਿੱਥੇ ਕਣਕ ਬੀਜੀ ਜੱਟ ਜ਼ਿਮੀਂਦਾਰ ਨੇ, ਔਰ ਉਸ ਤੋਂ ਬਾਅਦ ਜਿਹੜਾ ਹੈ ਕਿਵੇਂ ਕਿਵੇਂ ਇਹਦੀ ਇਹ ਕਣਕ ਦੀ ਘਾਈ ਹੋਈ, ਔਰ ਕਿਵੇਂ ਕਿਵੇਂ ਪ੍ਰੋਸੈਸਿੰਗ ਇਹਦੀ ਹੋਈ, ਔਰ ਆਟਾ ਬਣਨ ਤੱਕ ਕਿੰਨਾ ਟਾਈਮ ਲੱਗਾ, ਕਿੰਨੀ ਮਿਹਨਤ ਲੱਗੀ। ਉਹ ਕਨਸੈਪਟ ਕਲੀਅਰ ਹੁੰਦਾ ਹੈ। ਇਹ ਚੀਜ਼ਾਂ ਉਹ ਖਤਮ ਹੁੰਦੀਆਂ ਹੋ ਗਈਆਂ ਵਕਤ ਦੇ ਗੁਜ਼ਰਨ ਦੇ ਨਾਲ ਨਾਲ, ਇਸ ਵਾਸਤੇ ਕਿ ਸਾਡੀ ਕ੍ਰਿਟੀਕਲ ਥਿੰਕਿੰਗ ਮੁੱਕ ਗਈ। ਹੁਣ ਸਾਡੇ ਬੱਚਿਆਂ ਨੂੰ ਇਹ ਤੇ ਪਤਾ ਹੈ ਕਿ ਆਹ ਰਿਮੋਟ ਜਿਹੜਾ ਹੈ ਨਾ, ਇਹ ਟੀਵੀ ਦੇ ਨਾਲ ਚੱਲ ਜਾਂਦਾ, ਏਸੀ ਚੱਲ ਜਾਂਦਾ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਕਨਸੈਪਟ ਕੀ, ਨੂੰ ਰਿਮੋਟ ਆਂਦੇ ਕਿਉਂ ਨੇ। ਵੀ ਰਿਮੋਟ ਇਹਨੂੰ ਇਸ ਵਾਸਤੇ ਆਂਦੇ ਨੇ ਤੁਸੀਂ ਦੂਰੋਂ ਬੈ ਕੇ ਚਲਾ ਲੈਂਦੇ ਹੋ, ਔਰ ਇਹ ਸਿਗਨਲਸ ਕੀ ਨੇ। ਇਹ ਉਸ ਜ਼ਮਾਨੇ ਦੇ ਵਿੱਚ ਇਹ ਸੀ ਕ੍ਰਿਟੀਕਲ ਥਿੰਕਿੰਗ ਹੁੰਦੀ ਸੀ, ਕਿ ਅਗਰ ਹਿਸਾਬ ਲੈ ਕੇ ਬਹਿਣਾ ਤੇ ਉਹ ਸਵਾਲ ਹੱਲ ਕਰਦਿਆਂ ਜਾਂ ਅਲਜਬਰੇ ਦਾ ਕੋਈ ਹੱਲ ਕਰਨਾ, ਤੇ ਕਰਦਿਆਂ ਬੰਦਾ ਸੋਚਦਾ ਸੀ। ਉਹ ਪੱਕੀ ਪਕਾਈ ਉਹਨੂੰ ਹਰ ਵੇਲੇ ਸ਼ਾਇਦ ਖੁਲਾਸੇ ਨਹੀਂ ਸਨ ਲੱਭ ਜਾਂਦੇ, ਜਾਂ ਉਹ ਮਲਟੀਪਲ ਚੁਆਇਸ ਕੁਐਸਚਨ ਨਹੀਂ ਸਨ ਹੁੰਦੇ ਕਿ ਜਾਂ 6 ਜਾਂ 4 ਜਾਂ 5 ਜਿਹੜਾ ਮਲਟੀਪਲ ਚੁਆਇਸ ਨੇ, ਇਹਨਾਂ ਚੋਂ ਇੱਕ ਠੀਕ ਹੈ, ਟਿਕ 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 ਕਰ ਦਿਓ, ਤੁੱਕਾ ਲੱਗ ਜੇ। ਉਦੋਂ ਉਹਦੇ ਫਲਸਫੇ ਤੇ ਗੱਲ ਹੁੰਦੀ ਸੀ, ਉਹਦੀ ਰੀਜ਼ਨਿੰਗ ਹੁੰਦੀ ਸੀ ਕਿ ਅਗਰ ਇਹ ਸਵਾਲ ਦਾ ਜਵਾਬ ਆਏ ਤੇ ਜਵਾਬ ਕਿਉਂ ਇਸ ਤਰ੍ਹਾਂ। ਔਰ ਜਦੋਂ ਕ੍ਰਿਟੀਕਲ ਥਿੰਕਿੰਗ ਜਦੋਂ ਰਹਿੰਦੀ ਹੈ ਬੱਚਿਆਂ 'ਚ, ਵੱਡਿਆਂ ਦੇ ਵਿੱਚ, ਤੇ ਉਹਨਾਂ ਦੀ ਜਿਹੜੀ ਤਖਲੀਕ ਕਰਨ ਦੀ ਕੁਵਤ ਤੇ ਕ੍ਰੀਏਟਿਵਿਟੀ ਜਿਹਨੂੰ ਕਹਿੰਦੇ ਨੇ, ਉਹ ਜਿਹੜੀ ਉਹ ਮੌਜੂਦ ਰਹਿੰਦੀ ਹੈ। ਹੁਣ ਅਸੀਂ ਅੱਜ ਤੋਂ ਤੁਸੀਂ 50 ਸਾਲ ਪਹਿਲਾਂ ਦਾ, ਇਹ ਜ਼ਾਹਿਰ ਹੈ ਵਾਕਿਆ 70 ਤੇ 30 ਤੇ 50 55 ਸਾਲ ਪਹਿਲਾਂ ਦੀ ਗੱਲ ਜਿਹੜੀ ਮੈਂ ਕਰਨ ਡਿਆ, ਕਰਾਚੀ ਗਏ ਆ, ਤੇ ਉੱਥੇ ਆਮ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਉੱਥੋਂ ਦੇ ਉਰਦੂ ਸਪੀਕਿੰਗ ਨੇ, ਜਿਨ੍ਹਾਂ ਨੂੰ ਭਈਆ ਭਈਆ ਅਸੀਂ ਕਹਿੰਦੇ ਹੁੰਦੇ ਸਾਂ, ਉਹ ਉਹਨਾਂ ਦੀ ਤਜ਼ਹੀਕ ਕਰਨੀ, ਉਹਨਾਂ ਦਾ मजाक उड़ाना ਉਹਨਾਂ ਦਾ। और मजाक की उड़ाना, अरे भाई पता है आपको ये तरबूज का पेड़ कितना बड़ा होता है। और उन्हें बड़ा हैरान होके आखना, भाई कितना बड़ा होता है। अरे भाई ये तरबूज का पेड़ तो कोई 30-35 फुट ऊंचा होता है, और हम उसके ऊपर चढ़ के तरबूज उतारा करते थे। और जिस ਵੇਲੇ ਉਹਨਾਂ ਨੇ ਬੜੇ ਗੌਰ ਨਾਲ ਸੁਣਨੀਆਂ ਚੀਜ਼ਾਂ, ਇਸੇ ਤਰ੍ਹਾਂ ਬਾਕੀ ਚੀਜ਼ਾਂ ਦਾ ਵੀ ਉਹਨਾਂ ਨੂੰ ਦੱਸਣਾ। ਬੁਨਿਆਦੀ ਤੌਰ ਤੇ ਦੇ ਲੋਕ ਸਨ, ਔਰ ਅਸੀਂ ਇਹ ਤਰਬੂਜ ਜਾਂ ਖਰਬੂਜ ਜਾਂ ਅੰਬ ਜਾਂ ਜਾਮਨੂ ਜਾਂ ਬੇਰ, ਇਹ ਸਾਰੇ ਵੇਖੇ ਹੁੰਦੇ ਸਨ। ਉਹਨਾਂ ਨੇ ਬੇਰ ਖਾਦੇ ਤੇ ਹੁੰਦੇ ਸਨ, ਜਾਮਨੂ ਖਾਦੇ ਤੇ ਹੁੰਦੇ ਸਨ, ਤਰਬੂਜ ਖਾਦਾ ਤੇ ਹੁੰਦਾ ਸੀ। ਲੇਕਿਨ ਉਹ ਇਹ ਕਨਸੈਪਟ ਨਹੀਂ ਸੀ ਉਹਨਾਂ ਨੂੰ ਹੈਗਾ ਕਿ ਤਰਬੂਜ ਦਾ ਪੇੜ ਹੁੰਦਾ ਹੈ, ਜਾਂ ਉਹਦੀ ਵੱਲ ਹੁੰਦੀ ਹੈ, ਜਾਂ ਇਸੇ ਤਰ੍ਹਾਂ ਬੇਰ ਕਿਹੜੀ ਸ਼ੈ ਨੂੰ ਲੱਗਦੇ ਨੇ, ਕਿੱਥੇ ਲੱਗਦੇ ਨੇ। ਉਹਨਾਂ ਨੇ ਸਹੀ ਐਕਚੁਅਲ ਪਿਕਚਰ ਫੀਲਡ ਦੀ ਉਹ ਵੇਖੀ ਨਹੀਂ ਸੀ ਹੁੰਦੀ। ਹੁਣ ਤੁਸੀਂ ਅੰਦਾਜ਼ਾ ਲਾਓ, ਇੱਕ ਲਮਹਾ ਖਲੋ ਕੇ, ਕਿ ਹੁਣ ਤੋਂ ਤਕਰੀਬਨ ਕੋਈ 8-10 ਸਾਲ ਪਹਿਲੇ, ਇੱਕ ਦਿਨ ਮੇਰਾ ਬੇਟਾ, ਹੁਣ ਜੱਟ ਜ਼ਿਮੀਂਦਾਰਾਂ ਦੀ ਔਲਾਦ ਅੱਗੋਂ ਜਿਹੜੀ, ਉਹਦੀ ਇਸ ਸੂਰਤ ਹਾਲ ਸੀ ਕਿ ਇੱਕ ਦਿਨ ਮੈਨੂੰ ਆ ਕੇ ਕਹਿੰਦਾ ਹੈ ਕਿ ਅੱਬੂ ਜੀ वो चाचू एहसान है ना, उनकी गाय ने बेटा दिया है। ਚਾਚੂ ਇਹਸਾਨ ਕੀ ਗਾਇ ਨੇ ਬੇਟਾ ਦਿਆ ਹੈ। ਉਹ ਤੁਹਾਡਾ ਭਲਾ ਹੋਵੇ, ਗੱਲ ਕਿੱਥੋਂ ਕਿੱਥੇ ਤੱਕ ਕੱਪੜ ਗਈ। ਹੁਣ ਅਸੀਂ ਉਹ ਜਿਹੜੇ ਭਈਏ ਜਿਨ੍ਹਾਂ ਨੂੰ ਅਸੀਂ ਅਨਫੋਰਚੂਨੇਟਲੀ ਤਜ਼ਹੀਕ ਅਮੇਜ਼ ਲਹਿਜੇ ਦੇ ਵਿੱਚ ਉਹਨਾਂ ਦਾ ਮਜ਼ਾਕ ਉਡਾਉਂਦੇ ਸਾਂ, ਉਹਨਾਂ ਨੂੰ ਤਾਂ ਨਹੀਂ ਸੀ ਪਤਾ ਇਸ ਗੱਲ ਦਾ ਮਜ਼ਾਕ ਉਡਾ ਰਹੇ ਨੇ। ਭਾਈ ਤਰਬੂਜ ਦਾ ਪੇੜ ਹੁੰਦਾ ਹੈ ਭਾਈ, ਇਹ ਵੱਲ ਨਹੀਂ ਹੁੰਦੀ, ਕੋਈ ਵੱਡੀ ਸ਼ੈ ਹੋਰ ਹੁੰਦੀ ਹੈ। ਹੁਣ ਅੱਜ 50 ਸਾਲ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੇ ਨਾ, ਜੱਟਾਂ ਜ਼ਿਮੀਂਦਾਰਾਂ ਦਾ, ਜਿਨ੍ਹਾਂ ਦਾ ਪਿੰਡ ਨਾਲ ਹਾਲ ਵੀ ਮਾੜਾ ਚੰਗਾ ਸਾਲ ਛਮਾਈ ਉਹ ਹੁੰਦੇ ਨੇ, ਉਹ ਵੀ ਕਹਿੰਦੇ ਨੇ ਕਿ ਚਾਚੂ ਇਹਸਾਨ ਦੀ ਗਾਈ ਨੇ ਜਿਹੜਾ ਨਾ ਬੇਟਾ ਦਿੱਤਾ ਹੈ। ਵੱਛਾ ਨਹੀਂ ਆਖਣਾ, ਬੇਟਾ ਦਿੱਤਾ ਹੈ। ਇਹਦਾ ਮਤਲਬ ਹੈ ਕਿ ਫਿਰ ਇਹ ਵੀ ਲੈਵਲ ਆਇਆ ਕਿ ਯੂਨੀਵਰਸਿਟੀ ਦੇ ਵਿੱਚ ਹੁੰਦਿਆਂ ਹੋਇਆਂ ਨੁਮਾਇਸ਼ ਲੱਗਦੀ ਹੁੰਦੀ ਸੀ, ਤੇ ਸਾਡੇ ਇਹਨਾਂ ਨੂੰ ਜਿਹੜੇ ਕਈ ਐਸੇ ਉਸਾਤਜ਼ਾ ਕਰਾਮ ਸਨ ਕਿ ਜਿਨ੍ਹਾਂ ਨੂੰ ਮੱਝ ਨੂੰ ਜਾਂ ਗਾਂ ਨੂੰ, ਜਿਹੜਾ ਇਹ ਨਹੀਂ ਸੀ ਪਤਾ ਹੁੰਦਾ ਕਿ ਮੱਝ ਇੱਕ ਗਾਂ ਹੈ, ਬਸ ਸਾਰੀਆਂ ਨੂੰ ਗਾਂ ਹੀ ਉਹਨਾਂ ਕਹੀ ਜਾਣਾ, ਜਾਂ ਸਾਰੀਆਂ ਨੂੰ ਮੱਝਾਂ ਹੀ ਉਹਨਾਂ ਕਹੀ ਜਾਣਾ, ਇਸ ਵਾਸਤੇ ਕਿ ਉਹਨਾਂ ਦਾ ਬੇਸਿਕਲੀ ਐਕਸਪੋਜਰ ਹੀ ਨਹੀਂ ਸੀ ਹੈਗਾ ਇਹਨਾਂ ਚੀਜ਼ਾਂ ਤੇ। ਇਸ ਵਾਸਤੇ ਜਿਹੜਾ ਐਕਸਪੋਜਰ ਹੋਣਾ ਇਹ ਫੀਲਡ ਦਾ ਨਾ, ਇਹ ਇਤਨਾ ਇੰਪੋਰਟੈਂਟ ਹੈ, ਇਤਨਾ ਇੰਪੋਰਟੈਂਟ ਹੈ, ਜਾਂ ਕਮ ਅਜ਼ ਕਮ ਉਹਨੂੰ
ਇਹ ਨੌਲੇਜ ਹੋਵੇ ਕਿ ਉਸ ਨੌਲੇਜ ਨੂੰ ਜਾ ਕੇ ਕਿਤੇ ਰੂਰਲ ਸੈਟਿੰਗ 'ਚ ਜਾ ਕੇ ਕਨਫਰਮ ਕਰ ਲੈ, ਤਸਦੀਕ ਕਰ ਲੈ, ਉਹਦੇ ਨੌਲੇਜ ਉਹਦਾ ਬਿਲਡ ਹੋਏ, ਉਹਦਾ ਇੱਕ ਬੇਸ ਬਿਲਡ ਹੋਵੇ, ਉਹਦੀ ਕ੍ਰਿਟੀਕਲ ਥਿੰਕਿੰਗ ਜਿਹੜੀ ਹੈ ਡਿਵੈਲਪ ਹੋਵੇ। ਔਰ ਅਗਰ ਕ੍ਰਿਟੀਕਲ ਥਿੰਕਿੰਗ ਉਸ ਬਚਪਨ ਤੋਂ ਲੈਵਲ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਬੰਦੇ ਦੀ ਡਿਵੈਲਪ ਹੁੰਦੀ ਰਵੇ, ਉਹਦਾ ਮਤਲਬ ਇਹ ਹੈ ਕਿ ਉਹਦੀ ਗਰੋਥ ਬਿਹਤਰ ਹੈ। ਉਹਦਾ ਜਿਹੜਾ ਅਪਰੋਚ ਹੋਏਗੀ ਉਹ ਬੜੀ ਪ੍ਰੈਕਟੀਕਲ ਪ੍ਰੈਗਮੈਟਿਕ ਅਪਰੋਚ ਹੋਏਗੀ ਚੀਜ਼ਾਂ ਨੂੰ ਸਮਝਣ ਦੀ। ਹੁਣ ਇਸੇ ਤਰ੍ਹਾਂ ਹੀ ਜਿਵੇਂ ਮੈਂ ਦੱਸਿਆ ਕਿ ਕਿਉਂਕਿ ਅਸੀਂ ਪਿੰਡੂ ਸਾਂ, ਮੈਂ ਪਿੰਡ ਚੋਂ ਗਿਆ ਸਾਂ, ਸ਼ਹਿਰ ਜਾ ਕੇ ਜਿਸ ਵੇਲੇ ਉਹਨਾਂ ਦੀਆਂ ਮੈਂ ਗੱਲਾਂ ਸੁਣਨੀਆਂ, ਔਰ ਆਂਢ ਗੁਆਂਢ ਜਿਹੜੇ ਨੇ ਪਹਿਲੇ ਮੌਜੂਦ ਜਿਹੜੇ ਉੱਥੇ ਪੰਜਾਬੀ ਜਾਂ ਸਿੰਧੀ ਜਾਂ ਪਠਾਨ ਜਿਹੜੇ ਪਿੰਡੂ ਹੁੰਦੇ ਸਨ, ਉਹਨਾਂ ਨੇ ਉਹਨਾਂ ਦੇ ਵਿੱਚ ਬਹਿ ਕੇ ਤੇ ਉਹ ਗੱਪ ਮਾਰਨੀ, ਔਰ ਉਹਨਾਂ ਦੀ ਇੱਕ ਕਿਸਮ ਦੀ ਤਜ਼ਹੀਕ ਉਹਨਾਂ ਦੀ करनी कि देखो जी फलानी शायद है, फलाना पेड़, ये पता है मक्खन कहाँ से आता है, ये गाय और भैंस क्या होती हैं। ਉਹਨਾਂ ਵਿਚਾਰਿਆਂ ਨੂੰ ਕੀਤਾ, ਉਹਨਾਂ ਨੂੰ ਤਾਂ ਪਤਾ ਸੀ ਕਿ ਇਹ ਜੋ ਦੁੱਧ ਹੈ ਨਾ, ਇਹ ਦੁੱਧ ਪੀਣਾ। ਸਾਡੇ ਪਿੰਡਾਂ ਦੇ ਵਿੱਚ ਕਿਲੋ ਕਿਲੋ 2-2 ਕਿਲੋ ਦੁੱਧ ਆਮ ਪੀਣ ਦੀ ਰਵਾਇਤ ਸੀ। ਉਹਨਾਂ ਵਿਚਾਰਿਆਂ ਨੂੰ ਜਿਹੜਾ ਕੋਈ ਭਾਈਆ ਅੱਧਾ ਕਿਲੋ ਦੁੱਧ ਵੀ ਜੇ ਪੀਣਾ ਤੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਦਾ ਪੇਟ ਖਰਾਬ ਹੋ ਜਾਂਦਾ ਸੀ। ਇਹ ਜਿੱਥੇ ਬੰਦਾ ਵੱਸਦਾ ਹੈ, ਜਿੱਥੇ ਬੰਦਾ ਰਹਿੰਦਾ ਨਾ, ਉਹਨਾਂ ਚੀਜ਼ਾਂ ਦੇ ਅਸਰਾਤ ਹੁੰਦੇ ਨੇ। ਲੇਕਿਨ ਇੱਕ ਗੱਲ ਕਾਬਲੇ ਫਖਰ ਸੀ ਉਹਨਾਂ ਵਾਸਤੇ, ਔਰ ਮੈਂ ਸਮਝਣਾ ਬਹੁਤ ਬੜੀ ਸੀ, ਉਹ ਕਮ ਅਜ਼ ਕਮ 90-95% ਪੋਪੂਲੇਸ਼ਨ ਉਹਨਾਂ ਦੀ ਲਿਟਰੇਟ ਸੀ, ਪੜ੍ਹੇ ਲਿਖੇ ਲੋਕ ਸਨ। ਉਹਨਾਂ ਲੋਕਾਂ ਦੇ ਅੱਗੋਂ ਐਕਸਪੋਜ਼ਰ ਉਹਨਾਂ ਦਾ ਰੂਰਲ ਸੈਟਿੰਗ 'ਚ ਹੋਇਆ ਜਾਂ ਨਾ ਹੋਇਆ, ਜਾਂ ਉਹਨਾਂ ਦੇ ਅਸੀਂ ਮੁਖਤਲਿਫ ਰੰਗ ਦੇ ਵਿੱਚ ਬਦਕਿਸਮਤੀ ਹੈ ਸਾਡੀ ਕਿ ਅਸੀਂ ਉਹਨਾਂ ਦੀ ਤਜ਼ਹੀਕ ਕਰਨੇ ਸਾਂ। ਔਰ ਉਹ ਹਾਲਾਂਕਿ ਸਾਡੇ ਨਾਲੋਂ ਬਹੁਤੇ ਪੜ੍ਹੇ ਲਿਖੇ ਹੁੰਦੇ ਸਨ, ਲੇਕਿਨ ਅਸੀਂ ਆਪਣਾ ਪੇਂਡੂ ਸਾਂ ਤੇ ਉਸ ਹਿਸਾਬ ਦੇ ਨਾਲ ਸੀ ਉਹਨਾਂ ਦਾ ਮਜ਼ਾਕ ਕਰਨਾ, ਅਰੇ ਭਾਈ ਇਧਰ ਆ ਜਾਓ, ਅਰੇ ਭਾਈ ਉਧਰ ਚਲੇ ਜਾਓ। ਜਾ ਕੇ ਉਹਨਾਂ ਨੇ ਪਾਨ ਖਾਣਾ ਤੇ ਸਾਨੂੰ ਆਪਣੀ ਜਿਹੜੀ ਪਠਾਣਾ ਦੀ ਨਸਵਾਰ ਭੁੱਲ ਜਾਂਦੀ ਸੀ, ਉਹਨਾਂ ਦੀ ਪਾਨ ਦੀ ਪੀਕ ਜਿਹੜੀ ਹੈ ਉਹ ਬੜੀ ਬੁਰੀ ਲੱਗਦੀ ਸੀ। ਬਹਰਹਾਲ ਕੁਝ ਸੋਸ਼ਲ ਇਨਹਿਬਿਸ਼ਨਸ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੀਆਂ, ਜਿਹੜੀਆਂ ਕਿ ਜ਼ਾਹਿਰ ਹੈ ਪਾਨ ਜਿਹੜਾ ਹੈ ਉਹ ਵੀ ਅਗਰ ਜਿਹੜੇ ਸ਼ੌਕ ਫਰਮਾਉਂਦੇ ਨੇ ਉਹਨਾਂ ਨੂੰ ਵੀ ਆਪਣੀ ਰੈਸਟ੍ਰਿਕਟਡ ਕੋਈ ਜਗ੍ਹਾ ਤੇ ਜਾ ਕੇ ਇਸਤੇਮਾਲ ਕਰਨਾ ਚਾਹੀਦਾ, ਸਰੇਆਮ ਪਬਲਿਕ ਪਲੇਸਿਸ ਤੇ ਨਹੀਂ ਕਰਨਾ ਚਾਹੀਦਾ। ਛਾਲੀਆ ਬੜੇ ਲੋਕ ਉਦੋਂ ਖਾਂਦੇ ਸਨ, ਹੁਣ ਵੀ ਉੱਥੇ ਖਾਂਦੇ ਨੇ। ਸਾਡੇ ਪਿੰਡਾਂ ਵਿੱਚ ਤੇ ਛਾਲੀਆ ਤੇ ਇਹ ਚੀਜ਼ਾਂ ਦਾ ਰਿਵਾਜ ਉੱਥੇ ਤੇ ਪਿੰਡਾਂ 'ਚ ਨਸ਼ਾ ਸੀ ਤੰਬਾਕੂ ਦਾ, ਔਰ ਹੁੱਕੇ ਦੇ ਥਰੂ। ਇਹ ਹੁੱਕਾ ਵੀ ਇੱਕ ਆਮ ਪਿੰਡ ਦੀ ਅਲਾਮਤ ਹੈ ਕਿ ਵਿੱਚ ਹੁੱਕਾ ਰੱਖ ਲੈਣਾ ਵਿਚਕਾਰ ਤੇ ਚਾਰ ਚੁਫੇਰੇ ਬਹਿ ਕੇ ਚੌਧਰੀਆਂ ਨੇ ਹੁੱਕਾ ਪੀਣਾ, ਗੱਪਸ਼ਪ ਲਾਉਣੀ ਉੱਥੇ। ਉੱਥੇ ਜਿਹੜਾ ਹੈ ਉਹ ਪਾਨ ਸੀ, ਇੰਡੀਵਿਜੂਅਲ ਉਹਨਾਂ ਦੇ ਸ਼ੌਕ ਹੁੰਦੇ ਸਨ। ਜ਼ਾਹਿਰ ਹੈ ਕਿ ਪਾਨ ਜਿਹੜਾ ਉਹਨਾਂ ਦੇ ਮੂੰਹ ਜਿਹੜਾ ਉਹ ਕੱਥੇ ਦੇ ਨਾਲ ਲਾਲ ਹੋਏ ਹੋਣੇ, ਕੱਥਾ ਚੂਨਾ ਵਿੱਚ ਪਾਉਂਦੇ ਸਨ ਪਾਨ ਦੇ। ਉਹਨਾਂ ਦੇ ਇੱਕ ਆਪਣਾ ਟੇਸਟ ਡਿਵੈਲਪ ਹੋਇਆ ਸੀ, ਬਾਵਜੂਦ ਇਸ ਤੇ ਕਿ ਪਤਾ ਸੀ ਕਿ ਇਹ ਸਿਹਤ ਵਾਸਤੇ ਨੁਕਸਾਨਦੇਹ ਹੈ, ਲੇਕਿਨ ਪਾਨ ਉੱਥੇ ਇਸਤੇਮਾਲ ਕਰਦੇ ਹੁੰਦੇ ਸਨ। ਅੱਛਾ, ਉਹ ਐਜੂਕੇਸ਼ਨ ਦੇ ਨਾਲ ਨਾਲ ਜਿਹੜਾ ਮੈਂ ਕੱਲ ਦੱਸਿਆ ਸੀ ਬਿਲ ਬੋਰਡ, ਸਾਈਨ ਬੋਰਡ, ਉਹ ਤੇ ਪੜ੍ਹਦਿਆਂ ਦਿਨ ਬ ਦਿਨ ਜਿਹੜੀ ਮੈਂਟਲ ਫੈਕਲਟੀਜ਼ ਨੇ ਮੇਰੀਆਂ ਗਰੋ ਕਰਦੀਆਂ ਗਈਆਂ। ਮੇਰੀ ਗ੍ਰਿਪ ਜਿਹੜੀ ਨਾ ਨੌਲੇਜ ਤੇ ਉਹ ਬਿਹਤਰ ਹੁੰਦੀ ਗਈ। ਕਿ ਪਹਿਲਾ ਐਕਸਪੋਜ਼ਰ ਜਿਹੜਾ ਹੈ ਉਹ ਮੇਰਾ ਪਿੰਡ ਦਾ ਜੰਮਣ ਪਲਣ ਵੱਡਿਆ ਹੋਣ ਦਾ, ਔਰ ਫਿਰ ਦੂਸਰਾ ਐਕਸਪੋਜ਼ਰ ਇਹ ਮੇਰਾ ਕਰਾਚੀ ਦਾ ਹੋਣ ਡਿਆ ਸੀ। ਪਿਛਲੀਆਂ ਗੱਲਾਂ ਜਿਹੜੀਆਂ ਉਹ ਤੇ ਪਹਿਲੇ ਹੀ ਜਿਹੜੀ ਮੈਮਰੀ 'ਚ ਮਹਿਫੂਜ਼ ਸਨ। ਇਨ ਐਡੀਸ਼ਨ ਟੂ ਦੈਟ ਮੈਨੂੰ ਇਹ ਕਰਾਚੀ ਦਾ ਮਾਹੌਲ ਮਿਲਿਆ ਤੇ ਇੱਥੇ 'ਚ ਮੇਰੀ ਐਕਸੈਸ ਮੀਡੀਆ ਤੱਕ ਹੋ ਗਈ। ਮੀਡੀਆ ਤੋਂ ਮਤਲਬ ਤੁਹਾਡਾ ਪ੍ਰਿੰਟ ਮੀਡੀਆ ਉਦੋਂ ਹੁੰਦਾ ਸੀ, ਟੈਲੀਵਿਜ਼ਨ ਵਗੈਰਾ ਤੇ ਬਲੈਕ ਐਂਡ ਵਾਈਟ ਟੈਲੀਵਿਜ਼ਨ ਹੁੰਦੇ ਸਨ। ਉਹ ਕਈ ਲੋਕ ਰੱਖਦੇ ਸਨ, ਕਈ ਨਹੀਂ ਸਨ ਰੱਖਦੇ। ਉਦੋਂ ਇਹ ਵੀ ਕਲਚਰ ਸੀ ਬਲੈਕ ਐਂਡ ਵਾਈਟ ਟੀਵੀ ਦੇ ਹਵਾਲੇ ਨਾਲ ਵੀ ਇਹ ਜਿੱਥੇ ਰੱਖ ਲੈਣਾ ਤਾਂ ਬਈ ਬੜੀ ਬੇਹਯਾਈ ਹੈ, ਬੜੀ ਬੇਹਯਾਈ ਹੈ। ਹੁਣ ਮੈਨੂੰ ਯਾਦ ਇਹਦੇ ਚ ਮੈਨੂੰ ਗੱਲ ਇੱਕ ਯਾਦ ਆਉਂਦੀ ਕਿ ਸਾਡੇ ਗੋਜਰੇ ਨਾ ਅੱਲਾਹ ਤਾਲਾ ਗਰੀਕ ਰਹਿਮਤ ਕਰੇ ਭਾਈ ਸਨ ਮੇਰੇ ਅਸਗਰ ਚੀਮਾ ਸਾਹਿਬ, ਅੱਜ ਕੱਲ੍ਹ ਕਿਸਾਨ ਆਟੋਸ ਦੇ ਨਾਮ ਤੋਂ ਬੜੇ ਮਾਰੂਫ ਨੇ। ਉੱਥੇ ਉਹਨਾਂ ਦਾ ਬਿਜ਼ਨਸ ਅੱਲਾਹ ਦਾ ਸ਼ੁਕਰ ਹੈ ਬੱਚੇ ਉਹਨਾਂ ਦੇ ਰਨ ਕਰਦੇ ਨੇ। ਤੇ ਚਾਚਾ ਜੀ ਮੇਰੇ ਜਿਹੜੇ ਨਾ ਉਹ ਥੋੜੇ ਜਿਹੇ ਕਿਸੇ ਸ਼ਹਿਰੋਂ ਲੇਟ ਆਏ ਕਿਸੇ ਪਾਸੇ, ਰਾਤ ਕਹਿਣ ਲੱਗੇ ਮੈਂ ਗੋਜਰੇ ਰਹਿਣਾ ਹੈ। ਤੇ ਉਹ ਭਾਈ ਅਸਗਰ ਚੀਮਾ ਸਾਹਿਬ ਪੜ੍ਹੇ ਲਿਖੇ ਬੰਦੇ ਸਨ, ਉਹਨਾਂ ਘਰ ਟੈਲੀਵਿਜ਼ਨ ਰੱਖਿਆ ਸੀ ਬਲੈਕ ਐਂਡ ਵਾਈਟ। ਉਹ ਜਿਸ ਵੇਲੇ ਉਹਨਾਂ ਨੂੰ ਚਲਾ ਕੇ ਵਿਖਾਇਆ ਤੇ ਚਾਚਾ ਜੀ ਕਹਿੰਦੇ ਨੇ ਤੌਬਾ ਤੌਬਾ ਤੌਬਾ, ਇਹ ਕੀ ਬੇਹਯਾਈ ਤੂੰ ਘਰ ਚੁੱਕ ਲਿਆਂਦੀ ਹੈ। ਉਹ ਬੇਹਯਾਈ ਕਿ ਇੱਥੋਂ ਤੱਕ ਗੁੱਸਾ ਕੀਤਾ ਚਾਚਾ ਜੀ ਨੇ। ਉਹਨਾਂ ਕਿਹਾ ਕਿ ਮੈਂ ਹੁਣੇ ਹੀ ਪਿੰਡ ਜਾਣਾ ਹੈ। ਹਾਲਾਂਕਿ ਹਨੇਰੀਆਂ ਰਾਤਾਂ 15-20 ਕਿਲੋਮੀਟਰ ਦੂਰ ਪਿੰਡ ਹੈ, ਪਰ ਰਹੇ ਨਹੀਂ, ਸਾਈਕਲ ਫੜਿਆ ਤੇ ਪਿੰਡ ਹੀ ਜਾ ਕੇ ਰਹੇ ਨੇ। ਉਹ ਮਿੰਨਤ ਕਰਦੇ ਰਹੇ ਭਾਈ ਅਸਗਰ ਚੀਮਾ ਸਾਹਿਬ ਕਿ ਮਾਮਾ ਰਹਿ ਲੈ, ਮਾਮਾ ਰਹਿ ਲੈ, ਰਹਿ ਲੈ। ਉਹਨੇ ਕਹਿੰਦੀ ਮੈਂ ਇਸ ਬੇਹਯਾਈ 'ਚ ਨਹੀਂ ਰਹਿ ਸਕਦਾ। ਇਹ ਉਦੋਂ ਦਾ ਕਲਚਰ ਇਹ ਸੀ ਕਿ ਕਿੱਥੇ ਉਹ ਮੀਡੀਆ ਬਲੈਕ ਐਂਡ ਵਾਈਟ ਟੀਵੀ ਤੇ ਕਿੱਥੇ ਅੱਜ ਕੱਲ੍ਹ ਦਾ ਤੁਹਾਡੇ ਹਰ ਬੰਦੇ ਦੀ ਜੇਬ 'ਚ ਮੋਬਾਈਲ, ਹਰ ਬੰਦੇ ਦੀ ਜੇਬ 'ਚ ਫਿਲਮਾਂ, ਜੋ ਮਰਜ਼ੀ ਵਹਿੰਦੇ ਫਿਰੋ ਤੁਸੀਂ। ਇਹ ਇਨਕਲਾਬ ਹੈ ਉਸ ਵਕਤ ਤੇ ਅੱਜ ਦੇ ਵਕਤ ਨਾਲ। ਹੁਣ ਮੈਂ ਅੱਗੇ ਵੀ ਇੱਕ ਦਿਨ ਅਰਜ਼ ਕੀਤਾ ਸੀ ਕਿ ਜਿਹੜਾ ਸਭ ਤੋਂ ਜ਼ਿਆਦਾ ਅਸਰਾਤ ਸਾਡੇ ਮੁਆਸ਼ਰੇ ਤੇ
ਕਰਾਚੀ ਹੋਵੇ ਜਾਂ ਪਿੰਡ ਹੋਵੇ ਜਾਂ ਸ਼ਹਿਰ ਹੋਵੇ, ਉਹ ਮੀਡੀਆ ਦੇ ਬੜੇ ਅਸਰਾਤ ਰਹੇ ਕਿ ਇਸ ਦੋ ਕਿਸਮ ਦਾ ਮੀਡੀਆ ਹੁੰਦਾ ਸੀ। ਇੱਕ ਮੀਡੀਆ ਹੁੰਦਾ ਸੀ ਜਿਹੜਾ ਲਾਊਡ ਸਪੀਕਰ ਮਸਜਿਦਾਂ 'ਚ ਨੇ, ਇਹਦੇ ਤੇ ਮੌਲਵੀ ਸਾਹਿਬਾਨ ਕਾਬਜ਼ ਹੁੰਦੇ ਸਨ। ਔਰ ਇਹੋ ਹੀ ਵਜ੍ਹਾ ਹੈ ਕਿ ਇਹਨਾਂ ਇੰਨਾ ਮਿਸਯੂਜ਼ ਇਸ ਲਾਊਡ ਸਪੀਕਰ ਨੂੰ ਕੀਤਾ ਕਿ ਇਹਨਾਂ ਨੇ ਫਿਰਕਾ ਪ੍ਰਸਤੀ ਨੂੰ ਹਵਾ ਦੇ ਦੇ ਕੇ ਕਤਲ ਗਾਰਤਗਰੀ ਦੇ ਮੁੱਢ ਬੰਨੇ। ਜਿਹੜੀ ਇਸਲਾਮ ਦੀ ਸਹੀ ਤਸ਼ਰੀਹ ਸੀ ਨਾ, ਉਹਨੂੰ ਖਤਮ ਕਰਕੇ ਤੇ ਆਪਣੇ ਆਪਣੇ ਬ੍ਰਾਂਡ ਬਣਾ ਲਏ ਕਿ ਜੀ ਇਹ ਵਾਬੀ ਹੈ ਤੇ ਇਹ ਸੁੰਨੀ ਹੈ ਤੇ ਇਹ ਫਲਾਣਾ ਤੇ ਟਮਕਾਣਾ, ਤੇ ਵਿੱਚ ਅੱਗੋਂ ਉਹਨਾਂ ਦੇ ਵੀ ਅੱਗੋਂ ਕਈ ਫਿਰਕੇ ਬਣ ਗਏ। ਹਾਲਾਂਕਿ ਸਾਨੂੰ ਤੇ ਦੱਸਿਆ ਹੀ ਗਿਆ ਸੀ ਕਿ ਅੱਲਾਹ ਤਾਲਾ ਦੀ ਰੱਸੀ ਮਜ਼ਬੂਤੀ ਨਾਲ ਫੜੋ, ਔਰ ਉਹ ਰੱਸੀ ਤੇ ਕੁਰਾਨ ਤੇ ਹਦੀਸ ਹੈ। ਆਪ ਸੱਲੱਲਾਹੁ ਅਲੈਹਿ ਵਸੱਲਮ ਤੋਂ ਉਦੋਂ ਤੇ ਵੈਸੇ ਇਸਲਾਮ ਮੁੱਕ ਗਿਆ। ਅੱਗੋਂ ਇਮਾਮਾਨ ਬੜੇ ਕਦਰਦਾਨ ਨੇ, ਜਿਹੜੇ ਸਾਡੇ ਹਦੀਸਾਂ ਦੇ ਰਾਵੀ ਨੇ, ਉਹ ਬੜੇ, ਉਹਨਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ, ਅਸੀਂ ਕਰਨੇ ਵੀ ਆ। ਲੇਕਿਨ ਉਹਨਾਂ ਦੀ ਜਿਹੜੀ ਮੁਤਫਿਕ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਕਈਆਂ, ਉਹ ਅਗਰ ਹੋ ਜਾਣ ਕੁਰਾਨ ਨਾਲ ਤਾਂ ਬਿਲਕੁਲ ਠੀਕ ਹੈਗਾ। ਲੇਕਿਨ ਅਸੀਂ ਉੱਥੋਂ ਉਹਨੂੰ ਛੱਡ ਕੇ ਤੇ ਅਸੀਂ ਉਹੋ ਹੀ ਅਮਲ ਕੀਤੇ ਜਿਹੜੇ ਤੌਰਾਤ ਵਾਲਿਆਂ ਤੇ ਇੰਜੀਲ ਵਾਲਿਆਂ ਨੇ ਪਹਿਲੋਂ ਕੀਤੇ ਹਨ, ਜ਼ਬੂਰ ਵਾਲਿਆਂ ਕੀਤੇ ਸਨ, ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਤੇ ਤਸ਼ਰੀਫ ਲੈ ਗਏ। ਉਸ ਤੋਂ ਬਾਅਦ ਫਿਰ ਇਮਾਮੈਨ ਆ ਗਏ, ਤੇ ਫਿਰ ਉਹ ਇਮਾਮੈਨ ਦੀ ਹਰ ਇੱਕ ਦੀ ਆਪਣੀ ਇੰਟਰਪ੍ਰੀਟੇਸ਼ਨ ਸੀ। ਉਹਨਾਂ 'ਚ ਫਿਰ ਕੋਈ ਹੁਣ ਤਕਲੀਦੀ ਤੇ ਗੈਰ ਤਕਲੀਦੀ ਤੇ ਕੰਮ ਸ਼ੁਰੂ ਹੋ ਗਏ। ਫਿਰ ਬਰਰੇ ਸਗੀਰ 'ਚ ਬਿਲਖਸੂਸ ਬਾਕੀ ਵੀ ਹੈ ਨੇ, ਕੋਈ ਹੰਬਲੀ ਬਣ ਗਿਆ, ਕੋਈ ਸ਼ਾਫੀ ਬਣ ਗਿਆ, ਕੋਈ ਹਨਫੀ ਬਣ ਗਿਆ। ਉਹਨਾਂ ਦੇ ਵਿੱਚ ਵੀ ਅੱਗੋਂ ਜਿਹੜੇ ਨੇ ਮੁਖਤਲਿਫ ਮਦਰਸੇ ਬਣ ਗਏ। ਅਸੀਂ ਵੀ ਉਹ ਹੀ ਕੰਮ ਕੀਤਾ ਜਿਹੜਾ ਕਿ ਇੰਜੀਲ ਦੇ ਮੰਨਣ ਵਾਲਿਆਂ ਕੀਤਾ ਸੀ, ਜਿਹੜਾ ਤੌਰਾਤ ਤੇ ਜ਼ਬੂਰ ਦੇ ਮੰਨਣ ਵਾਲਾ ਕੀਤਾ ਸੀ। ਅੱਜ ਤੁਸੀਂ ਆਪਣੇ ਕਲਚਰ 'ਚ ਬਾਹਰ ਨਿਕਲ ਕੇ ਵੇਖੋ ਕਿ ਹਰ ਬੰਦਾ ਬਾਹਰ ਮਸਜਿਦ ਦੇ ਲਿਖਿਆ ਹੋਏਗਾ ਜਾਮਿਆ ਮਸਜਿਦ ਅਹਿਲ ਹਦੀਸ, ਜਾਮਿਆ ਮਸਜਿਦ ਦਿਓਬੰਦ, ਜਾਮਿਆ ਮਸਜਿਦ ਅਹਿਲ ਸੁन्नत वल जमात। ਬੜੀ ਬਦਨਸੀਬੀ ਹੈ। ਔਰ ਬਸ ਇਹਨਾਂ ਦਾ ਮਾਮਲਾ ਰੱਬ ਤੇ ਹੀ ਛੱਡ ਦੇਣਾ ਚਾਹੀਦਾ ਹੈ ਕਿ ਇਹ ਜਿਸ ਦਿਨ ਆਪਣੇ ਨਾਂ ਨੂੰ ਕਿਸੇ ਵਰਦੀ ਨਾਲ, ਆਪਣੇ ਦੀਨ ਨੂੰ ਕਿਸੇ ਵਰਦੀ ਦੇ ਨਾਲ ਜਾਂ ਕਿਸੇ ਬ੍ਰਾਂਡ ਨਾਮ ਦੇ ਨਾਲ ਤਾਰਫ ਕਰਾਉਂਦੇ ਨੇ ਨਾ, ਗੱਲ ਤੇ ਉਦੋਂ ਹੀ ਮੁੱਕ ਜਾਂਦੀ, ਰੱਸੀ ਤੇ ਨਾ ਉਦੋਂ ਹੀ ਛੱਡਤੀ ਰੱਬ ਨੂੰ। ਸਾਨੂੰ ਇਹ ਹਰ ਵੇਲੇ ਤਬਲੀਗ ਕਰਦੇ ਨੇ ਕਿ ਰੱਬ ਦੀ ਰੱਸੀ ਪੱਕੀ ਕਰਕੇ ਫੜੋ। ਰੱਬ ਦੀ ਰੱਸੀ ਤੇ ਇਹ ਨਹੀਂ ਜਿਹੜੀ ਤੁਸੀਂ ਫੜੀ ਏ, ਕਿ ਬਾਹਰ ਮਸੀਤਾਂ ਤੇ ਤੁਸੀਂ ਬ੍ਰਾਂਡ ਲਾਏ ਨੇ ਆਪਣੇ ਨਾਮ, ਔਰ ਵਰਦੀਆਂ ਤੁਸੀਂ ਵੱਖੋ ਵੱਖ ਪਾਈਆਂ ਨੇ ਕਿ ਜੇ ਇਹ ਵਰਦੀ ਫਲਾਣੇ ਦੀ ਹੈ ਤੇ ਇਹ ਵਰਦੀ ਫਲਾਣੇ ਦੀ ਹੈ। ਇਹ ਛੱਡ ਦਿਓ ਭਾਈ ਜੀ ਵਰਦੀਆਂ। ਤੇ ਜੇ ਅਸਲ ਅੱਲਾ ਦਾ ਹੁਕਮ ਜਿਹੜਾ ਨਾ ਉਹ ਇਹੋ ਹੀ ਸੀ। ਇਹ ਹੁਣ ਉਹ ਮੀਡੀਆ ਸੀ, ਲਾਊਡ ਸਪੀਕਰ ਜਿਹੜਾ ਇਹਨਾਂ ਮੌਲਵੀਆਂ ਦੇ ਹੱਥ ਵਿੱਚ ਸੀ, ਜਿਹੜੇ ਇਹਨਾਂ ਨੇ ਉਹਨਾਂ ਦਾ ਭਰਪੂਰ ਇਸਤੇਮਾਲ ਕੀਤਾ। ਔਰ ਆਪਣੀ ਜਿਹੜੀ, ਮੈਂ ਅੱਗੇ ਵੀ ਪਿਛਲੀ ਇੱਕ ਵੀਡੀਓ 'ਚ ਆਖਿਆ ਸੀ ਕਿ ਇੱਕ ਪਾਸੇ ਮਸੀਤੋਂ ਆਵਾਜ਼ ਆਉਣ ਡਈ ਹੋਣੀ ਕਿ ਲੈ ਲੈ 11ਵੀਂ ਵਾਲੇ ਦਾ ਨਾਂ ਤੇ ਡੁੱਬੀ ਹੋਈ ਤਰ ਜਾਏਗੀ, ਤੇ ਦੂਸਰੇ ਪਾਸੇ ਆਵਾਜ਼ ਆਉਣੀ ਕਿ ਲੈ ਲੈ 11ਵੀਂ ਵਾਲੇ ਦਾ ਨਾਂ ਤੇ ਕੁੱਬੀ ਹੋ ਕੇ ਮਰ ਜਾਏਗੀ। ਪਰ ਅਸੀਂ 11ਵੀਂ ਵਾਲੇ ਜਿਹੜੇ ਬਜ਼ੁਰਗ ਨੇ ਉੱਥੋਂ ਤੱਕ ਪਹੁੰਚੇ ਹੀ ਕਿਉਂ? ਸਾਡਾ ਇਸਲਾਮ ਤੇ ਤਕਮੀਲ ਉਹਦੀ ਹੋ ਗਈ ਸੀ ਅੱਲਾਹ ਔਰ ਅੱਲਾਹ ਦੇ ਰਸੂਲ ਤੱਕ। ਉਸ ਤੋਂ ਬਾਅਦ ਜੇ ਤੁਸੀਂ ਅੱਲਾਹ ਦੇ ਰਸੂਲ ਤੱਕ, ਤਾਂ ਉਹਨਾਂ ਦਾ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਤੇ ਉਸ ਦੌਰ 'ਚ ਕੋਈ ਸੁਣਿਆ ਸੀ ਕਿ ਇਹ ਹਦੀਸ ਹੈ ਤੇ ਫਲਾਣਾ ਜੀ ਅਹਿਲ ਸੁन्नत वल जमात ਹੈ ਤੇ ਫਲਾਣਾ ਦਿਓਬੰਦੀ, ਫਲਾਣਾ? ਕਿਉਂ ਆਪਣੀ ਸ਼ਨਾਖਤ ਕਰਾਉਂਦੇ ਹੋ ਇਸ ਗੱਲ ਨਾਲ ਕਿ ਜੀ ਫਲਾਣੇ ਇਲਾਕੇ ਦੇ ਮਦਰਸੇ ਨਾਲ, ਫਲਾਣੇ ਇਮਾਮ ਨਾਲ ਮੇਰਾ ਤਾਲੁਕ ਹੈ? ਉਹਨਾਂ ਇਮਾਮਾਂ ਦੀ ਕਦਰ ਇੱਜ਼ਤ ਆਪਣੀ ਜਗ੍ਹਾ ਤੇ, ਉਹ ਤੇ ਇਮਾਮ ਵੀ ਆਪਣੇ ਇੱਕ ਦੂਸਰੇ ਦੇ ਪਿੱਛੇ ਪੜ੍ਹ ਲੈਂਦੇ ਸਨ। ਅਸੀਂ ਜੰਗੋ ਜਦਲ ਕਰਨੇ ਆ, ਸਾਡੇ ਕੋਈ ਆ ਕੇ ਜੇ ਰਫਾ ਇਜਦਾਨ ਕਰ ਲੈਂਦਾ ਤਾਂ ਅਸੀਂ ਉਹਦੇ ਗਲ ਪੈ ਜਾਂਦੇ ਆ ਕਿ ਇੱਥੇ ਨਮਾਜ਼ ਪੜ੍ਹੀ ਕਿਉਂ ਹੈ, ਰਫਾ ਇਜਦਾਨ ਕੀਤਾ ਕਿਉਂ ਹੈ। ਇਹ ਹੌਲੀ ਹੌਲੀ ਨਿਕਲਣ ਤੇ ਡਏ ਆ, ਲੇਕਿਨ ਜਿੰਨੀ ਦੇਰ ਮੀਡੀਆ ਤੇ ਕਬਜ਼ਾ ਰਿਹਾ ਨਾ ਇਸ ਮੌਲਵੀਆਂ ਦਾ, ਤੇ ਉਨੀ ਦੇਰ ਫਿਰਕਾ ਪ੍ਰਸਤੀ ਪੂਰੇ ਜ਼ੋਰਾਂ 'ਚ ਰਹੀ ਏ। ਹੁਣ ਪਛਤਾਉਂਦੇ ਹੈ ਨੇ, ਇਹਨਾਂ ਦੀਆਂ ਅਨਾਵਾਂ ਇਹਨਾਂ ਨੂੰ ਨਹੀਂ ਖਲੋਣ ਦਿੰਦੀਆਂ। ਹਾਲਾਂਕਿ ਅੱਜ ਵੀ ਇਹ ਫੈਸਲਾ ਕਰ ਲੈਣ ਨਾ ਕਿ ਜਿਹੜਾ ਅੱਗੇ ਜਾਮਿਆ ਮਸਜਿਦ ਨੂੰ ਕਿਸੇ ਸਾਹਬੀ ਦੇ ਨਾਂ ਨਾਲ ਲਿਖ ਲੈਣ, ਇਹ ਚੀਜ਼ ਹੈ ਕਿ ਅੱਗੋਂ ਜਿਹੜਾ ਉਹਨਾਂ ਦਾ ਫਿਰਕਾ ਹੈ ਉਹਦੇ ਨਾਂ ਨਾਲ ਸ਼ਨਾਖਤ ਕਰਾਉਣ। ਅੱਜ ਵੀ ਇਨਕਲਾਬ ਆ ਸਕਦਾ ਹੈ, ਅੱਜ ਵੀ ਅਸੀਂ ਇਕੱਠੇ ਹੋ ਸਕਨੇ ਆ, ਅੱਜ ਵੀ ਫਿਰਕਾ ਪ੍ਰਸਤੀ ਘਟ ਸਕਦੀ ਹੈ। ਲੇਕਿਨ ਅਸੀਂ ਤੇ ਬਦਨਸੀਬੀ ਹੈ ਕਿ ਉਹ ਕੰਮ ਹੀ ਪਹਿਲੋਂ ਕੀਤਾ, ਉਹੀ ਹੁਣ ਕਿ ਕਰਨੇ ਆ। ਇਹ ਲਾਊਡ ਸਪੀਕਰ ਸੀ ਪਹਿਲਾ ਮੀਡੀਆ। ਦੂਸਰਾ ਜਿਹੜਾ ਸਰਕਾਰੀ ਮੀਡੀਆ ਹੁੰਦਾ ਸੀ, ਟੀਵੀ ਜਾਂ ਰੇਡੀਓ, ਇਹਦੇ ਤੇ ਉਹਨਾਂ ਦਾ ਕਬਜ਼ਾ ਹੁੰਦਾ ਸੀ ਜਿਹੜੇ ਤਾਕਤਵਰ ਹੁੰਦੇ ਸਨ। ਔਰ ਇਹਨਾਂ ਨੇ ਵੀ ਕਦੀ ਬਾਹਰ ਖਬਰ ਨਹੀਂ ਨਿਕਲਣ ਦਿੱਤੀ, ਜੋ ਇਹਨਾਂ ਦੀ ਮਰਜ਼ੀ ਸੀ ਨਾ। ਜਿਵੇਂ ਮੌਲਵੀ ਆਪਣੀ ਮਰਜ਼ੀ ਕਰਦੇ ਹਨ ਮਸੀਤਾਂ 'ਚ, ਹਰ ਮੌਲਵੀ ਦੀ ਮਸੀਤ ਆਪਣੀ ਤੇ ਉਹਦੇ 'ਚ ਲਾਊਡ ਸਪੀਕਰ ਆਪਣਾ ਤੇ ਉਹਦੀ ਗੱਲ ਆਪਣੀ। ਔਰ ਉਸ ਤੋਂ ਬਾਅਦ ਜਿਹੜਾ ਜਿਸ ਵੇਲੇ ਇਹਨਾਂ ਦੀ ਆ ਗਈ ਤਾਕਤਵਰਾਂ ਦੀ ਗੱਲ, ਉਹਨਾਂ ਤਾਕਤਵਰਾਂ ਨੇ ਆ ਕੇ ਤੇ ਜਿਹੜਾ ਉਹ ਮੀਡੀਆ ਤੇ ਕੰਟਰੋਲ ਕੀਤਾ, ਰੇਡੀਓ 'ਚ ਉਹ ਖਬਰ ਦੇਣੀ ਜਿਹੜੀ ਉਹਨਾਂ ਨੂੰ ਸੂਟ ਕਰਦੀ ਸੀ। ਔਰ ਇਸੇ ਤਰ੍ਹਾਂ ਤਬਾਹੀ ਜਿਹੜੀ ਵੱਧਦੀ ਨਾ ਇਨਸਾਫੀ, ਇਸ ਵਾਸਤੇ ਕਿ ਜਦੋਂ ਇੱਕ ਤਾਕਤਵਰ ਦਾ ਕਬਜ਼ਾ ਮੀਡੀਆ ਤੇ ਹੋਏਗਾ ਨਾ, ਉਹ ਸਿਰਫ ਉਸ ਹੱਦ ਤੱਕ ਹੀ ਆਪਣੇ ਖਬਰਾਂ ਦੇਗਾ ਜਿਸ ਹੱਦ ਤੱਕ ਜਿਹੜਾ ਉਹ ਚਾਹੇਗਾ ਕਿ ਇਹ ਜਿਹੜੀ ਇਹਦੀ ਤਬਲੀਗ ਹੋਣੀ ਚਾਹੀਦੀ, ਇਹਦੀ ਇਬਲਾਗ ਇਹਦਾ ਹੋਣਾ ਚਾਹੀਦਾ। ਔਰ ਇਹਨਾਂ ਚੀਜ਼ਾਂ ਨਾਲ ਹੋਇਆ ਇਹ
ਅਹਿਸਾਸੇ ਮਹਿਰੂਮੀ ਡਿਵੈਲਪ ਹੁੰਦਾ ਗਿਆ। ਇਹ ਈਸਟ ਪਾਕਿਸਤਾਨ ਦੀ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਉੱਥੇ ਦੰਗਾ ਫਸਾਦ ਔਰ ਪ੍ਰੋਟੈਸਟ ਔਰ ਹੜਤਾਲਾਂ ਹੋਈਆਂ, ਲੇਕਿਨ ਚੂੰਕਿ ਉਸ ਵੇਲੇ ਮੀਡੀਆ ਬੜਾ ਮਹਿਦੂਦ ਸੀ ਔਰ ਇਹ ਤਾਕਤਵਰਾਂ ਦੇ ਕਬਜ਼ੇ ਹੀ ਸੀ, ਇਹ ਮੀਡੀਆ ਦਾ ਗਲਾ ਘੁੱਟਿਆ ਗਿਆ। ਰੇਡੀਓ ਤੇ ਖਬਰ ਆਪਣੀ ਪਸੰਦ ਦੀ ਦਿੱਤੀ ਗਈ, ਟੀਵੀ ਮਾੜਾ ਚੰਗਾ ਜਿਹੜਾ ਹੈ ਸੀ ਉਹ ਪਸੰਦ ਦੀ ਉਹਨਾਂ ਨੇ ਖਬਰ ਦਿੱਤੀ, ਮੌਲਵੀਆਂ ਨੇ ਲਾਊਡ ਸਪੀਕਰ ਤੋਂ ਬਾਹਰ ਗੱਲ ਨਹੀਂ ਆਉਣ ਦਿੱਤੀ। ਇਹ ਦੁਨੀਆ ਨੂੰ ਧੋਖੇ 'ਚ ਰੱਖਿਆ, ਤਫਰਕਾ, ਇੰਤਸ਼ਾਰ ਔਰ ਫਸਾਦ। ਅਸਲ ਗੱਲ ਹੈ ਇਹ ਮੀਡੀਆ ਜਿਨ੍ਹਾਂ ਦਾ ਕੰਟਰੋਲ ਰਿਹਾ, ਇਹ ਉਹਨਾਂ ਨੇ ਹੀ ਬਰਪਾ ਕੀਤਾ। ਔਰ ਇਹ ਵਕਤ ਗੁਜ਼ਰਨ ਦੇ ਨਾਲ ਨਾਲ ਈਸਟ ਪਾਕਿਸਤਾਨ ਦੇ ਵਿੱਚ ਵੀ ਜਿਸ ਵੇਲੇ ਆਮ ਪਬਲਿਕ ਨੂੰ ਤਾਂ ਪਤਾ ਨਹੀਂ ਸੀ ਹੁੰਦਾ ਵੀ ਹੋਣ ਕੀ ਡਿਆ, ਕਰਨ ਕੀ ਡਏ ਨੇ, ਲੇਕਿਨ ਫਿਰ ਵੀ ਜਿਸ ਵੇਲੇ ਉਹ ਗਲੀ ਮਹੱਲਿਆਂ ਦੇ ਵਿੱਚ ਆਪਣਾ ਗੱਡੀਆਂ ਤੇ ਲਾ ਕੇ ਲਾਊਡ ਸਪੀਕਰ ਸਿਆਸਤਦਾਨ ਆਏ ਤੇ ਉਹਨਾਂ ਦੱਸਿਆ ਲੋਕਾਂ ਨੂੰ ਇਹ ਫੈਕਟ ਹੈ, ਇਹ ਖਬਰ ਹੈ, ਫਿਰ ਕੋਈ BBC ਆ ਗਈ, ਫਿਰ ਇੰਟਰਨੈਸ਼ਨਲ ਮੀਡੀਆ ਜਿਹੜੇ ਉੱਥੋਂ ਤੱਕ ਐਕਸੈਸ ਹੋ ਗਈ, ਰੇਡੀਓ ਆਮ ਹੋ ਗਿਆ, ਤੇ ਲੋਕਾਂ ਨੂੰ ਆਪਣੇ ਮੁਲਕ ਦੀਆਂ ਖਬਰਾਂ ਸੁਣਨ ਵਾਸਤੇ ਵੀ ਜਿਹੜਾ ਉਹ ਬਾਹਰ ਦੇ ਸਹਾਰੇ ਲੈਣੇ ਪਏ ਕਿਸੇ ਹੋਰ ਟੀਵੀ ਚੈਨਲਸ ਦੇ ਉੱਤੇ ਜਾਂ ਰੇਡੀਓ ਚੈਨਲ ਦੇ ਉੱਤੇ। ਬਹਰਹਾਲ ਗੱਲ ਇੱਥੇ ਮੁੱਕਦੀ ਹੈ ਕਿ ਇਹ ਮੀਡੀਆ ਨੇ ਇੱਕ ਤੇ ਫਿਰਕਾ ਪ੍ਰਸਤੀ ਨੂੰ ਇਤਨੀ ਭਰਪੂਰ ਹਵਾ ਦਿੱਤੀ ਔਰ ਇਸ ਹੱਦ ਤੱਕ ਉਹ ਆਪਣੀ ਗੱਲ ਤੇ ਹੁਣ ਪੱਕੇ ਹੋ ਗਏ ਨੇ ਕਿ ਵਾਪਸੀ ਚਾਹੁੰਦਿਆਂ ਹੋਇਆਂ ਵੀ ਉਹਨਾਂ ਦੀਆਂ ਅਨਾਵਾਂ ਜਿਹੜੀਆਂ ਨਾ ਉਹ ਮੌਲਵੀਆਂ ਦੀਆਂ ਉਹਨਾਂ ਨੂੰ ਵਾਪਸ ਨਹੀਂ ਆਉਣ ਦਿੰਦੀਆਂ। ਅੱਜ ਉਹਨਾਂ ਦਾ ਜੀ ਕਰਦਾ ਕਿ ਇਹ ਉਤੋਂ ਲਾਹ ਦੇਣੇ ਨਾਲੋਂ ਨਾ, ਲੇਕਿਨ ਜਿਨ੍ਹਾਂ ਦੀ ਰੋਜ਼ੀ ਰੋਟੀ ਇਸ ਬ੍ਰਾਂਡਾਂ ਤੇ ਚੱਲਦੀ ਹੈ, ਇਹ ਤਜਾਰਤ ਚੱਲਦੀ ਇਹਨਾਂ ਚੀਜ਼ਾਂ ਤੇ, ਉਹ ਜ਼ਾਹਿਰ ਹੈ ਕਿ ਇਹਨੂੰ ਬੁਰਾ ਮਨਾਉਂਦੇ ਨੇ ਔਰ ਚੱਲਣ ਨਹੀਂ ਦਿੰਦੇ। ਇਹਨਾਂ ਦੇ ਫਿਰ ਮਸਜਿਦਾਂ ਵੱਖਰੀਆਂ, ਇਹਨਾਂ ਦੇ ਮਦਰਸੇ ਵੱਖਰੇ, ਹੌਲੀ ਹੌਲੀ ਪਤਾ ਨਹੀਂ ਕਿੱਥੋਂ ਤੱਕ ਚੰਨ ਚਾੜਨਾ ਇਹਨਾਂ ਨੇ ਕਿ ਮਦਰਸੇ ਵੱਖਰੇ ਤੇ ਹਰ ਸ਼ੈ ਵੱਖਰੀ ਕਰਕੇ ਤੇ ਅਖੀਰ ਕਬਰਸਤਾਨ ਵੀ ਇਹਨਾਂ ਵੱਖਰੇ ਬਣਾਉਣੇ ਨੇ। ਭਾਈ ਜੀ ਹਿਸਾਬ ਤੇ ਹੋਣਾ ਸਿੱਧਾ ਸਿੱਧਾ। ਤੇ ਇੱਕ ਗੱਲ ਮੈਂ ਕਰਨ ਡਿਆ ਕਰਾਚੀ ਦੀ ਕਿ ਜਦੋਂ ਉੱਥੇ ਇਹ ਮੀਡੀਆ ਜਿਹੜਾ ਉਹਦੀ ਐਕਸੈਸ ਮੈਨੂੰ ਜ਼ਿਆਦਾ ਹੋ ਗਈ, ਇਨਫੋਰਮੇਸ਼ਨ ਜ਼ਿਆਦਾ ਪਹੁੰਚਣ ਲੱਗ ਪਈ ਪ੍ਰਿੰਟ ਮੀਡੀਆ ਦੇ ਹਿਸਾਬ ਨਾਲ, ਤੇ ਮੈਨੂੰ ਜ਼ਿਆਦਾ ਮੇਰਾ ਜਿਹੜਾ ਐਕਸਪੋਜ਼ਰ ਉਹ ਬਿਹਤਰ ਹੁੰਦਾ ਗਿਆ, ਮੇਰਾ ਨੌਲੇਜ ਬੇਸ ਜਿਹੜਾ ਉਹ ਬਣਦਾ ਗਿਆ। ਹੁਣ ਇਹ ਮੀਡੀਆ ਤੋਂ ਬਾਅਦ ਮੈਂ ਅਗਲੀ ਗੱਲ ਜਿਹੜੀ ਕਰਨਾ ਕਿ ਇੱਕ ਆ ਗਿਆ ਕਿ ਤਜ਼ਹੀਕ ਅਸੀਂ ਕਰਨੇ ਸਨ ਉਹਨਾਂ ਲੋਕਾਂ ਦੀ, ਹਾਲਾਂਕਿ ਉਸ 95% ਲਿਟਰੇਸੀ ਰੇਟ ਸੀ ਉਸ ਵੇਲੇ, ਲੋਕ ਇੰਨੇ ਪੜ੍ਹੇ ਹੁੰਦੇ ਹਨ, ਉਰਦੂ ਸਪੀਕਿੰਗ ਦੀ ਮੈਂ ਗੱਲ ਕਰਨਾ। ਫਿਰ ਉਹਦਾ ਹੋਇਆ ਇਸ ਤਰ੍ਹਾਂ ਕਿ ਅੱਗੋਂ ਜਿਸ ਵੇਲੇ ਇਲੈਕਸ਼ਨ ਹੋ ਗਏ ਤੇ ਉਹ ਬਹੁਤ ਬੜਾ ਹਾਦਸਾ ਜਿਹੜਾ ਸੀ ਇਲੈਕਸ਼ਨ ਤੋਂ ਬਾਅਦ, ਉਹ ਹਾਦਸਾ ਜ਼ਾਹਿਰ ਹੈ ਕਿ ਉਹ ਵੀ ਰੂਨਵਾ ਹੋ ਗਿਆ ਔਰ ਉਹਦੇ ਵੀ ਜ਼ਿੰਮੇਦਾਰਾਂ ਮੈਂ ਅੱਗੇ ਵੀ ਅਰਜ਼ ਕੀਤਾ ਕਿ ਕਿਵੇਂ ਕਿਵੇਂ ਹੈਗੇ ਨੇ ਕਿ ਸਿਆਸਤਦਾਨ ਇਸ ਹੱਦ ਤੱਕ ਨੇ ਉਧਰ ਤੋਂ ਇਧਰ। ਹਮ ਭੁੱਟੋ ਸਾਹਿਬ ਨੇ ਇਹ ਫਰਮਾਇਆ ਤੇ ਜਨਰਲ ਯਾਹੀਆ ਸਾਹਿਬ ਨੇ ਜਿਹੜਾ ਉਹਨਾਂ ਨੂੰ ਪੂਰੀ ਬੈਕਅਪ ਸਪੋਰਟ ਪ੍ਰੋਵਾਈਡ ਕੀਤੀ, ਬਲਕਿ ਇੱਥੋਂ ਤੱਕ ਧਮਕੀਆਂ ਕਿ ਪ੍ਰੋਟੈਸਟ ਨੂੰ ਖਤਮ ਕਰਨ ਵਾਸਤੇ ਜੀ ਮੈਂ ਇਹ ਕਰ ਦਿਆਂਗਾ ਤੇ ਮੈਂ ਉਹ ਕਰ ਦਿਆਂਗਾ। ਇਹ ਬੜੀ ਬਦਨਸੀਬੀ ਸੀ ਕਿ ਤਾਕਤ ਦਾ ਇਸਤੇਮਾਲ ਜਿਹੜਾ ਉਹਨੂੰ ਉਹ ਕਰਕੇ ਤੇ ਜਿਹੜਾ ਫੰਡਾਮੈਂਟਲ ਹਿਊਮਨ ਰਾਈਟਸ ਤੋਂ ਮਹਿਰੂਮ ਰੱਖਿਆ ਗਿਆ ਉੱਥੋਂ ਦੇ ਲੋਕਾਂ ਨੂੰ, ਉਹਨਾਂ 'ਚ ਅਹਿਸਾਸੇ ਮਹਿਰੂਮੀ ਪੈਦਾ ਹੋਇਆ। ਹੁਣ ਅੱਗੇ ਪਾਕਿਸਤਾਨ ਤੇ ਵੱਖਰਾ ਹੋ ਗਿਆ, ਭੁੱਟੋ ਸਾਹਿਬ ਜਿਹੜੇ ਨੇ ਵਜ਼ੀਰ ਆਜ਼ਮ ਬਣ ਗਏ, ਉਹਨਾਂ ਨੇ ਚੰਨ ਕੀ ਚਾੜਿਆ ਕਿ ਜਿਸ ਵੇਲੇ ਇਹ 1 ਯੂਨਿਟ ਤੋਂ ਸੂਬੇ ਬਣ ਗਏ, ਹੁਣ ਉਦੋਂ ਕਰਾਚੀ ਦਾਰੁਲ ਖਿਲਾਫਾ ਬਦਲ ਕੇ ਤੇ ਇਸਲਾਮਾਬਾਦ ਵਾਲੇ ਪਾਸੇ ਆ ਗਿਆ। ਜਿਸ ਵੇਲੇ ਇਸਲਾਮਾਬਾਦ ਦਾਰੁਲ ਖਿਲਾਫਾ ਬਣ ਗਿਆ, ਇੱਕ ਕਰਾਚੀ ਵਾਲਿਆਂ ਨੂੰ ਜਿਹੜਾ ਕਿ ਰੋਸ਼ਨੀਆਂ ਦਾ ਸ਼ਹਿਰ ਸੀ, ਜ਼ਾਹਿਰ ਹੈ ਕਿ ਉਹ ਬਾਬਾ ਜੀ ਕਾਇਦੇ ਆਜ਼ਮ ਦਾ ਸ਼ਹਿਰ ਸੀ, ਬਾਬਾ ਜੀ ਦੇ ਥਾਟਸ ਉਹ ਕਾਇਦੇ ਆਜ਼ਮ ਤੇ ਮਜ਼ਾਰ 'ਚ ਹੀ ਨਾ ਦਫਨ ਕਰਤੇ ਤੇ ਬਾਕੀ ਉਹਨੂੰ ਚੁੱਕ ਕੇ ਇਸਲਾਮਾਬਾਦ ਲਿਆਂਦਾ ਜੀ, ਆ ਹੁਣ ਸਾਡਾ ਦਾਰੁਲ ਖਿਲਾਫਾ, ਇਹ ਆਦੀ ਸੈਂਟਰ ਹੈ ਤੇ ਪਹਾੜਾਂ ਹੀ ਤੇ ਫਲਾਣਾ ਤੇ ਟਮਕਾਣਾ। ਇਨਸਿਕਿਉਰ ਫੀਲ ਕੀਤਾ ਕਿ ਪਤਾ ਨਹੀਂ ਕਰਾਚੀ ਰਹੇਗਾ ਤੇ ਕੀ ਹੋਣਾ। ਖੈਰ ਭੁੱਟੋ ਸਾਹਿਬ ਜਿਸ ਵੇਲੇ ਤਸ਼ਰੀਫ ਲਾਏ ਤੇ ਭੁੱਟੋ ਸਾਹਿਬ ਨੇ ਕੀ ਚੰਨ ਚਾੜਿਆ ਕਿ ਉਹਨਾਂ ਨੇ ਆ ਕੇ 95% ਲਿਟਰੇਸੀ ਰੇਟ ਵਾਲਾ ਕਰਾਚੀ ਨੂੰ ਸਿੰਧ 'ਚ ਸ਼ਾਮਿਲ ਕਰਤਾ ਔਰ ਜਿਹੜਾ ਅੰਦਰੂਨੇ ਸਿੰਧ ਦਾ ਜਿਹੜਾ ਨੌਕਰੀਆਂ ਦਾ ਕੋਟਾ ਸੀ ਉਹਨੂੰ ਗਾਲਬਨ ਬਰਾਬਰ ਕਰਤਾ ਜਾਂ ਅੰਦਰੂਨੇ ਸਿੰਧ ਵਾਲਿਆਂ ਦਾ ਵਧਾਤਾ। ਹਾਲਾਂਕਿ ਅੰਦਰੂਨੇ ਸਿੰਧ ਜਿਹੜਾ ਲਿਟਰੇਸੀ ਰੇਟ ਜਿਹੜਾ ਉਹ ਘੱਟ ਸੀ, ਉਹਨਾਂ ਨਾਲ ਜ਼ੁਲਮ ਔਰ ਜ਼ਿਆਦਤੀ ਹੋਇਆ ਔਰ ਉੱਥੇ ਨੌਕਰੀਆਂ ਜਿਹੜੀਆਂ ਲੱਭਣੀਆਂ ਸ਼ੁਰੂ ਹੋਈਆਂ। ਸੂਬਾ ਸਿੰਧ ਜਿਹੜਾ ਬਣਿਆ ਸੀ ਉਹਦੇ ਵਿੱਚ ਸਿੰਧੀਆਂ ਦੀਆਂ ਨੌਕਰੀਆਂ ਜ਼ਿਆਦਾ, ਪੜ੍ਹੇ ਲਿਖੇ ਬਹੁਤੇ ਸਨ ਉਰਦੂ ਸਪੀਕਿੰਗ, ਉਹਨਾਂ 'ਚ ਅਹਿਸਾਸੇ ਮਹਿਰੂਮੀ ਪੈਦਾ ਹੋਇਆ। ਜਦੋਂ ਅਹਿਸਾਸੇ ਮਹਿਰੂਮੀ ਪੈਦਾ ਹੋਇਆ ਉਹ ਹੌਲੀ 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 ਫਿਰ ਬਗਾਵਤ ਵਾਲੇ ਪਾਸੇ ਜਿਹੜਾ ਜਾਣ ਲੱਗ ਪਏ। ਹੁਣ ਅੱਗੇ ਹੀ ਚਿੰਗਾਰੀ ਤੇ ਉੱਥੇ ਧੁੱਖ ਚੁੱਕੀ ਸੀ ਇਸ ਗੱਲ ਨਾਲ ਕਿ ਕਰਾਚੀ ਤੇ ਜਿਹੜੇ ਉਰਦੂ ਸਪੀਕਿੰਗ ਮੇਜਰ ਪਾਪੂਲੇਸ਼ਨ ਸੀ, ਉਹਨੇ ਵੇਖਿਆ ਕਿ ਇੱਥੇ ਸਾਡੀ ਪਾਪੂਲੇਸ਼ਨ ਨੂੰ ਤੇ ਡਿਸਪਲੇਸ ਕੀਤਾ ਜਾ ਰਿਹਾ ਹੈ ਔਰ ਡੈਮੋਗ੍ਰਾਫਿਕ ਚੇਂਜ ਲਿਆਂਦਾ ਜਾ ਰਿਹਾ ਕਿ ਇੱਥੇ ਪੰਜਾਬੀ ਵੀ ਆਉਣ ਡਏ ਨੇ, ਸਿੰਧੀ ਵੀ ਆਉਣ ਡਏ ਨੇ, ਪਠਾਨ ਵੀ ਆਉਣ ਦਿੰਦੇ ਨੇ। ਜ਼ਾਹਿਰ ਹੈ ਕਿ ਇੱਕ ਬਹੁਤ ਬੜੀ ਮੁਆਸ਼ੀ ਹੱਬ ਸੀ ਕਰਾਚੀ, ਲੇਕਿਨ ਇਹਦੇ ਨਾਲ ਨਾਲ ਕਰਾਚੀ ਦੇ ਜਿਹੜੇ ਉਰਦੂ ਸਪੀਕਿੰਗ ਸਨ ਉਹਨਾਂ ਨੂੰ ਅਹਿਸਾਸੇ ਮਹਿਰੂਮੀ ਹੋਣ ਲੱਗ ਪਿਆ
ਇਸ ਵਾਸਤੇ ਕਿ ਉਹ ਕਹਿੰਦੇ ਸੀ ਕਿ ਅਸੀਂ ਬਹੁਤੇ ਪੜ੍ਹੇ ਲਿਖੇ, ਨੌਕਰੀਆਂ ਦੇ ਵਿੱਚ ਸਾਡਾ ਹਿੱਸਾ ਜਿਹੜਾ ਹੈ, ਇਹ ਘਟਦਾ ਜਾਣ ਡਿਆ। ਇਹ ਅੰਦਰੂਨੇ ਸਿੰਧ ਜਿਹੜੇ ਘੱਟ ਪੜ੍ਹੇ ਨੇ ਉਹਨਾਂ ਨੂੰ ਲਿਆ ਕੇ ਤੇ ਇੱਥੇ ਲਾਉਣ ਲੱਗ ਪਏ ਨੇ। ਔਰ ਉਹੀ ਕਲਚਰ ਜਿਹੜਾ ਰੂਰਲ ਕਲਚਰ ਸੀ ਨਾ, ਚੌਧਰਪਨ ਦਾ, ਅਨਾਪਨ ਦਾ, ਮੁੱਛ ਤਾਂ ਕਰਕੇ ਰੱਖਣ ਦਾ, ਇਹ ਕਰਾਚੀ ਦੇ ਜਾਂ ਸਿੰਧ ਦੇ ਅਦਾਰਿਆਂ ਦੇ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ।